ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਹਨ। ਉਹਨਾਂ ਨਾਲ ਅਸੀਂ ਜਿਹੜੀ ਪੰਜਾਬ ਦੀ ਸਿਆਸਤ ਹੈ, ਖਾਸ ਕਰਕੇ ਕਿਸਾਨੀ ਦਾ ਵੀ ਜਿਹੜਾ ਮਸਲਾ ਹੈ ਉਹਦੇ ਨਾਲ ਜੁੜੇ ਮਾਮਲੇ ਜਿਹੜੇ ਆ ਉਹਨਾਂ ਬਾਰੇ ਚਰਚਾ ਕਰਾਂਗੇ। ਇੱਕ ਦਿਨ ਪਹਿਲਾਂ ਮੋਗੇ ਦੇ ਵਿੱਚ ਕਿਸਾਨਾਂ ਦੇ ਉੱਪਰ ਕਾਫੀ ਲਾਠੀਚਾਰਜ ਹੋਇਆ। ਉਸ ਤੋਂ ਪਹਿਲਾਂ ਮੋਗੇ ਦੀ ਜੇ ਹਿਸਟਰੀ ਨੂੰ ਟਰੇਸ ਕਰੀਏ ਤਾਂ ਬਹੁਤ ਪੁਰਾਣਾ ਜਿਹੜਾ ਸਟੂਡੈਂਟ ਮੂਵਮੈਂਟ ਜਿਹੜੀ ਹੈ ਕਦੇ ਮੋਗੇ ਤੋਂ ਸ਼ੁਰੂ ਹੋਈ ਸੀ, ਤਕਰੀਬਨ 50 ਸਾਲ ਪਹਿਲਾਂ। ਤੇ ਇੱਥੇ ਜਿਹੜਾ ਕੱਲ੍ਹ ਲਾਠੀਚਾਰਜ ਹੋਇਆ, ਉਸ ਲਾਠੀਚਾਰਜ ਨੇ ਉਹ ਪੁਰਾਣਾ ਜਿਹੜਾ ਮੋਗਾ ਵਿਦਿਆਰਥੀ ਲਹਿਰ ਸੀਗੀ, ਵਿਦਿਆਰਥੀ ਕੋਲ ਸੀ, ਉਹਦੀ ਯਾਦ ਤਾਜ਼ਾ ਕਰਵਾਈ ਹੈ। ਅਤੇ ਕਿਸਾਨਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਬੜਾ ਰੋਸ ਹੈ। ਅਤੇ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਅਕਾਲੀ ਦਲ ਨੂੰ ਉਸ ਸਮੇਂ ਅਕਾਲੀ ਦਲ ਨੇ ਮੂਵਮੈਂਟ ਸ਼ੁਰੂ ਕੀਤੀ ਹੈ ਜਦੋਂ ਅਜੇ ਚੋਣਾਂ ਦੇ ਵਿੱਚ ਕਾਫੀ ਸਮਾਂ ਪਿਆ, ਅਤੇ ਜਦੋਂ ਕਿਸਾਨੀ ਦੀ ਲਹਿਰ ਚੱਲ ਰਹੀ ਹੈ ਅਤੇ ਇਹਨਾਂ ਨੂੰ ਆਪਣੀ ਜਿਹੜੀ ਹੈ ਮੂਵਮੈਂਟ ਨਹੀਂ ਚਲਾਉਣੀ ਚਾਹੀਦੀ। ਅਤੇ ਜਗਤਾਰ ਸਿੰਘ ਹੋਣਾ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਹਦੇ ਸਾਰੇ ਮਾਮਲੇ ਬਾਰੇ ਕਿਵੇਂ ਸੋਚਦੇ ਆ, ਕੀ ਹੋਣਾ ਚਾਹੀਦਾ, ਇਹਦੇ ਬਾਰੇ ਉਹ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ। ਜਗਤਾਰ ਜੀ। ਸੁਖਬੀਰ ਸਿੰਘ ਬਾਦਲ ਹੁਣੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਅਤੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਕਿ ਮੈਂ 6 ਦਿਨ ਵਾਸਤੇ ਆਪਣੀ ਇਹ ਕੰਪੇਨ ਪੋਸਟਪੋਨ ਕਰਤੀ। ਮੇਰਾ ਖਿਆਲ ਸੀ ਕਿ ਇਹ ਇਨਡੈਫੀਨਿਟਲੀ ਪੋਸਟਪੋਨ ਕਰਨ ਦੀ ਅਨਾਊਂਸਮੈਂਟ ਕਰਨਗੇ, ਲੇਕਿਨ ਉਹਨਾਂ ਨੇ ਹਾਲੇ 6 ਦਿਨ ਹੀ ਕੀਤੀ ਹੈ। ਚਲੋ ਉਹਨਾਂ ਕੁ ਵੀ ਵੈਲਕਮ ਕਰਨਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਮੋਗੇ ਜੋ ਕੁਛ ਕੱਲ੍ਹ ਹੋਇਆ, ਹਾਂਜੀ, ਇਹ ਜਿਸ ਢੰਗ ਨਾਲ ਇਹਨਾਂ ਨੇ ਕੰਪੇਨ ਅਕਾਲੀ ਦਲ ਦੀ ਸ਼ੁਰੂ ਕੀਤੀ ਪੂਰੇ ਜ਼ੋਰ ਸ਼ੋਰ ਨਾਲ, ਅਨਟਾਈਮਲੀ, ਮੈਂ ਕਹਿੰਦਾ ਹਾਲੇ ਕੋਈ ਸਮਾਂ ਨਹੀਂ ਸ਼ੁਰੂ ਕਰਨ ਦਾ। ਮੈਨੂੰ ਉਸ ਪਹਿਲੇ ਦਿਨ ਤੋਂ ਲੱਗਿਆ ਸੀ ਕਿ ਇਹਦੇ ਨਾਲ ਕਨਫਰੰਟੇਸ਼ਨ ਬਿਲਡਅਪ ਹੋਏਗੀ। ਉਹਦਾ ਕਾਰਨ ਬੜਾ ਸਪਸ਼ਟ ਹੈ ਕਿ ਜਦੋਂ ਹਜ਼ਾਰਾਂ ਲੋਕ ਕਿਸਾਨ ਦਿੱਲੀ ਦੇ ਬਾਰਡਰ 'ਤੇ ਬੈਠੇ ਹੋਣ, ਘੱਟੋ ਘੱਟ 100 ਥਾਂ 'ਤੇ ਪੰਜਾਬ ਦੇ ਵਿੱਚ ਧਰਨੇ ਲੱਗੇ ਹੋਣ, ਉਸ ਵੇਲੇ ਚੋਣ ਮੁਹਿੰਮ ਸ਼ੁਰੂ ਕਰਨੀ, ਇਹਦੀ ਹਜੇ ਕੋਈ ਤੁਕ ਬਣਦੀ ਨਹੀਂ। ਹੋਰ ਕਿਸੇ ਪਾਰਟੀ ਨੇ ਚੋਣ ਮੁਹਿੰਮ ਸ਼ੁਰੂ ਨਹੀਂ ਕੀਤੀ, ਔਰ ਪਹਿਲਾਂ ਕਦੇ ਵੀ ਅਕਾਲੀ ਦਲ ਨੇ ਇਸ ਲੈਵਲ 'ਤੇ ਆ ਕੇ ਚੋਣ ਮੁਹਿੰਮ ਸ਼ੁਰੂ ਨਹੀਂ ਕੀਤੀ। ਇਹ ਪੁਰਾਣਾ ਇਤਿਹਾਸ ਚੱਕੀ। ਐਡੀ ਕਾਹਲ ਕੀ ਹੋ ਗਈ ਅਕਾਲੀ ਦਲ ਨੂੰ? ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਤਿਹਾਸ ਜੇ ਪਿਛਲਾ ਚੱਕੀ ਇਹਨਾਂ ਦਾ, ਕਦੇ ਵੀ ਇੰਨੇ ਜ਼ੋਰ ਸ਼ੋਰ ਨਾਲ ਇਹਨਾਂ ਨੇ ਕਦੇ ਇਹ ਮੁਹਿੰਮ ਇਸ ਤਰ੍ਹਾਂ ਇੰਨੀ ਦੇਰ ਪਹਿਲਾਂ ਸ਼ੁਰੂ ਨਹੀਂ ਕੀਤੀ। ਤੁਸੀਂ ਦਸੰਬਰ 'ਚ ਕਰ ਲਓ ਸ਼ੁਰੂ, ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੋਏਗਾ। ਅਤੇ 500 ਬੰਦਾ ਨਾਲ ਚੱਲ ਰਿਹਾ ਸੁਖਬੀਰ ਜੀ ਦੇ। ਨਾਰਮਲ ਟਾਈਮ 'ਤੇ ਚੋਣ ਮੁਹਿੰਮ ਹੋਵੇ ਤਾਂ ਚੰਗਾ ਲੱਗਦਾ ਹੈ, ਕੋਈ ਮਾੜੀ ਗੱਲ ਨਹੀਂ। ਮੇਰੇ ਖਿਆਲ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਐਡਾ ਵੱਡਾ ਸੰਘਰਸ਼ ਚੱਲ ਰਿਹਾ ਹੋਵੇ ਅਤੇ ਪੰਜਾਬ ਦਾ ਕਿਸਾਨ ਉਹਨੂੰ ਲੀਡ ਕਰ ਰਿਹਾ ਹੋਵੇ, ਉਹਨਾਂ ਦੀ ਜਿਹੜੀ ਲੜਾਈ ਹੈ ਉਹ ਕੋਈ ਸਿਆਸੀ ਨਹੀਂ ਹੈ, ਉਹ ਹੋਂਦ ਦੀ ਲੜਾਈ ਹੈ। ਜਿਹੜੀ ਗੱਲ ਕਹੀ ਜਾਂਦੀ ਹੈ ਕਿ ਨਸਲਾਂ ਅਤੇ ਫਸਲਾਂ ਦੀ ਲੜਾਈ ਹੈ, ਇਹ ਲੜਾਈ ਉਹ ਹੈ। ਉਹ ਲੜਾਈ ਹਿੰਦੁਸਤਾਨ ਦੇ ਡਿਵੈਲਪਮੈਂਟ ਦੇ ਮਾਡਲ ਦੀ ਹੈ। ਅਤੇ ਉਸ ਮੁਹਿੰਮ ਦੇ, ਉਸ ਸੰਘਰਸ਼ ਦੇ ਬਹੁਤ ਦੂਰ ਤੱਕ ਉਹਦੇ ਅਸਰ ਹੋਣਗੇ। ਉਸ ਮੌਕੇ 'ਤੇ ਪੰਜਾਬ ਵਿੱਚ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਕਹਿੰਦਾ ਹੈ, ਔਰ ਸੀ ਵੀ ਕਿਸੇ ਵੇਲੇ, ਅੱਜ ਵੀ ਦਾਅਵਾ ਕਰਦਾ ਔਰ ਸੀ ਵੀ ਕਿਸੇ ਵੇਲੇ, ਮੈਂ ਇਹ 'ਤੇ ਕਿੰਤੂ ਪਰੰਤੂ ਨਹੀਂ ਕਰਦਾ। ਇਹ ਕਿਸਾਨ ਹਿਤੈਸ਼ੀ ਸੀ ਵੀ, ਇਹਨਾਂ ਦਾ ਬੇਸ ਵੀ ਉਹੀ ਸੀ। ਇਸ ਮੌਕੇ 'ਤੇ ਇਹ ਆਪਣਾ ਜਦੋਂ ਇਲੈਕਸ਼ਨ ਕੰਪੇਨ ਲਾਂਚ ਕਰਦੇ ਹੈ, ਇਲੈਕਸ਼ਨ ਕੰਪੇਨ ਤਾਂ ਪਾਵਰ ਗ੍ਰੈਬ ਕਰਨ ਵਾਸਤੇ ਹੈ, ਲੋਕ ਹਿੱਤ ਦੇ ਵਿੱਚ ਨਹੀਂ ਹੈ। ਇੱਕ ਪਾਸੇ ਲੋਕ ਹਿੱਤ ਦੀ ਕੰਪੇਨ ਹੈ, ਇੱਕ ਪਾਸੇ ਸੱਤਾ ਦੀ ਲੜਾਈ ਲੜੀ ਜਾ ਰਹੀ ਹੈ। ਇਹ ਲੜਾਈ ਕਿਉਂਕਿ ਲੋਕ ਕੰਮ ਨਹੀਂ ਹੁੰਦੇ, ਉਹੀ ਲੋਕ ਪਿੰਡਾਂ 'ਚੋਂ ਉੱਠ ਕੇ ਇਹਨਾਂ ਦੀ ਕੰਪੇਨ 'ਚ ਆਉਣਗੇ, ਉਹੀ ਲੋਕ ਦਿੱਲੀ ਦੇ ਬਾਰਡਰ 'ਤੇ ਜਾਣਗੇ, ਉਹ ਅਟੈਂਸ਼ਨ ਡਾਇਵਰਟ ਹੁੰਦੀ ਹੈ ਅਤੇ ਉਹਦੇ ਨਾਲ ਜਿਹੜੀ ਦਿੱਲੀ ਦਾ ਸੰਘਰਸ਼ ਹੈ ਉਹ ਵੀਕ ਹੁੰਦਾ ਹੈ ਮੇਰੇ ਖਿਆਲ ਦੇ ਵਿੱਚ। ਇਸੇ ਕਰਕੇ ਸ਼ਾਇਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਵੀ ਇੰਨੀ ਪਹਿਲਾਂ ਅਸੀਂ ਕਦੇ ਕੰਪੇਨ ਜਿਹੜੀ ਆ ਮੁਹਿੰਮ ਕਦੇ ਦੇਖੀ ਨਹੀਂ, ਅਤੇ ਅਕਾਲੀ ਦਲ ਜੋ ਕੁਝ ਕਰ ਰਿਹਾ ਉਹਦੇ ਨਾਲ ਕਿਸਾਨ ਅੰਦੋਲਨ ਕਮਜ਼ੋਰ ਪਏਗਾ। ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ ਇਸ ਗੱਲ ਦੇ ਉੱਤੇ ਆ ਕੇ ਕਿ ਇਹਦੇ ਨਾਲ ਕਿਸਾਨ ਅੰਦੋਲਨ ਵੀਕ ਹੋਏਗਾ। ਅਤੇ ਇਹ ਜਿਹੜਾ ਸਟੈਪ ਹੈ, ਇਹਦੇ ਨਾਲ ਇਹਨਾਂ ਦੇ ਜਿਹੜੀ ਟੋਟਲ ਅਪਰੋਚ ਹੈ ਕਿਸਾਨੀ ਸੰਘਰਸ਼ ਬਾਰੇ ਜਿਹੜੀ ਪਹਿਲਾਂ ਸੀ, ਉਹਦੇ 'ਤੇ ਕਿੰਤੂ ਪਰੰਤੂ ਲੱਗ ਜਾਂਦਾ ਹੈ, ਕੁਐਸਚਨ ਮਾਰਕ ਲੱਗ ਜਾਂਦਾ ਹੈ। ਜਦ ਕਿ ਇਹਨਾਂ ਨੇ ਅੱਜ ਕਿਹਾ ਮੈਂ
ਜਿੱਥੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਕਹੇਗਾ ਮੋਰਚਾ ਕਹੇਗਾ ਮੈਂ ਉੱਥੇ ਬੈਠ ਕੇ ਇਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ, ਜਵਾਬ ਦੇਣ ਨੂੰ ਤਿਆਰ ਹੈ। ਕਿਸਾਨ ਇਹੀ ਮੰਗ ਕਰ ਰਹੇ ਸੀ ਵੀ ਸਾਡੀਆਂ ਗੱਲਾਂ ਦੇ ਜਵਾਬ ਦਿਓ। ਆ ਮੋਗੇ ਜਾਂ ਉਸ ਤੋਂ ਪਹਿਲਾਂ ਮਾਛੀਵਾੜੇ ਬੜਾ ਇੰਟਰਸਟਿੰਗ ਸਾਰਾ ਫਿਨਾਮਨਾ ਆ ਰਿਹਾ ਹੈ। ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਆ ਜੀ, ਇਹਨਾਂ ਨੂੰ ਕਹਿੰਦੇ ਵੀ ਇਹ ਕਾਂਗਰਸੀ ਹੈ ਤੇ ਆਪ ਵਾਲੇ ਹੈ, ਉਹ ਹੁਣ ਦੋ ਇਸ਼ੂ ਨਾਲ ਹੋਰ ਵੀ ਜੁੜੇ ਫਿਰਦੇ ਆ, ਕਿਉਂਕਿ ਸੰਘਰਸ਼ ਮੇਨਲੀ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਆ ਉਹ ਸਿੱਖ ਹੈਗੇ ਆ। ਉਹ ਇਹਨਾਂ ਦੀ ਸਰਕਾਰ ਵੇਲੇ ਜੋ ਕੁਛ ਹੋਇਆ ਉਹ ਵੀ ਨਾਲ ਜੁੜ ਗਿਆ। ਮਸਲਨ ਪਾਵਰ ਪਰਚੇਜ ਐਗਰੀਮੈਂਟਸ, ਹਾਂਜੀ, ਉਹਦਾ ਵੀ ਸਿੱਧਾ ਅਸਰ ਕਿਸਾਨੀ ਤੇ ਤੇ ਬਾਕੀ ਜਨਤਾ ਤੇ ਵੀ ਹੈ, ਸਾਰਿਆਂ ਤੇ। ਆਪਣੇ ਬਰਗਾੜੀ ਸੈਕਰੇਲੇਜ ਉਹ ਵੀ ਨਾਲ ਜੁੜ ਗਿਆ। ਸੋ ਇਸ਼ੂ ਲਗਾਤਾਰ ਇਹ ਬਿਲਡਅਪ ਇਕੱਠੇ ਹੋ ਰਹੇ ਸਾਰੇ। ਉੱਥੇ ਕਿਸਾਨ ਲੀਡਰ ਇਹਨਾਂ ਨੂੰ ਕੁਐਸਚਨ ਕਰਨਾ ਚਾਹੁੰਦੇ ਸੀ। ਹੁਣ ਗੜਬੜ ਕਿੱਥੇ ਹੁੰਦੀ ਹੈ ਕਿ ਇੱਕ ਦਿਨ ਮੇਰੇ ਖਿਆਲ 'ਚ ਕਿਸੇ ਪਿੰਡ ਦੇ ਵਿੱਚ ਉਹ ਆਪਣੇ ਨਾਲ ਜਰਨਲਿਸਟਾਂ ਨੂੰ ਵੀ ਲੈ ਕੇ ਚਲੇ ਗਏ। ਇਹਨਾਂ ਨੇ ਪਹਿਲੇ ਦਿਨ ਕਿਤੇ ਆਪਣੇ ਬਾਦਲ ਪਿੰਡ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਜਿਹੜਾ ਪ੍ਰੈਸ ਨੋਟ ਇਸ਼ੂ ਕੀਤਾ, ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਆਪਣੇ ਢੰਗ ਨਾਲ ਇਸ਼ੂ ਕਰਤਾ। ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਮੀਡੀਆ ਨਾਲ ਲੈ ਕੇ ਜਾਵਾਂਗੇ ਗੱਲਬਾਤ ਤੇ। ਇਹਨਾਂ ਨੇ ਨਾ ਕਰਤੀ। ਹੁਣ ਸੁਖਵੀਰ ਜੀ ਦੀ ਇੱਕ ਤਾਂ ਆਪਣੀ ਸਿਕਿਉਰਿਟੀ ਬਹੁਤ ਹੈਗੀ ਹੈ, ਕੋਈ ਨੇੜੇ ਜਾ ਹੀ ਨਹੀਂ ਸਕਦਾ ਛੇਤੀ ਕੀਤਿਆਂ। ਤੇ ਹੁਣ ਉਹ ਕਹਿ ਰਹੇ ਸੀ ਵੀ ਅਸੀਂ ਗੱਲਬਾਤ, ਸਾਨੂੰ ਜਵਾਬ ਚਾਹੀਦੇ ਆਪਣੇ ਸਵਾਲਾਂ ਦੇ। ਸੋ ਉੱਥੇ ਰੌਲਾ ਚੱਲ ਰਿਹਾ ਸੀਗਾ। ਤੇ ਜਦੋਂ ਇੰਨੇ ਲੋਕ ਇਕੱਠੇ ਹੋਏ ਹੋਣ ਤੇ ਉੱਥੇ ਵਾਇਰਸ ਦਾ ਡਰ ਤਾਂ ਹਮੇਸ਼ਾ ਹੁੰਦਾ ਹੀ ਹੈ। ਕਿਤੋਂ ਵੀ ਕੋਈ ਬੰਦਾ ਇੱਕ ਪੱਥਰ ਚਲਾ ਦੇ ਸ਼ਰਾਰਤ ਕਰਨ ਵਾਸਤੇ, ਸ਼ਰਾਰਤ ਕਿਸੇ ਪਾਸੇ ਵੀ ਹੋ ਸਕਦੀ ਹੈ, ਕੋਈ ਥਰਡ ਫੋਰਸ ਵੀ ਕਰ ਸਕਦੀ ਹੈ। ਪੰਜਾਬ ਦਾ ਇਤਿਹਾਸ ਹੈ, ਇੱਥੇ ਬਹੁਤ ਕੁਝ ਹੁੰਦਾ ਰਿਹਾ। ਸੋ ਕੱਲ੍ਹ ਮੋਗੇ ਜੋ ਕੁਝ ਹੋਇਆ ਹੈ ਉਹਨੂੰ ਉਸ ਕੰਟੈਕਸਟ ਦੇ ਵਿੱਚ ਦੇਖਿਆ ਜਾਣਾ ਚਾਹੀਦਾ। ਮੇਰੇ ਖਿਆਲ 'ਚ ਇਹ ਅਵਾਇਡ ਕੀਤਾ ਜਾਣਾ ਚਾਹੀਦਾ ਸੀ। ਤੇ ਇਹ ਜਿਹੜਾ ਲਾਠੀਚਾਰਜ ਜਾਂ ਉਸ ਤੋਂ ਬਾਅਦ ਜਿਸ ਢੰਗ ਨਾਲ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਏਜੰਟ ਹੈ ਕਿਸੇ ਦੇ, ਉਹ ਨਹੀਂ ਸੀ ਹੋਣਾ ਚਾਹੀਦਾ। ਇਹਨੂੰ ਲੈ ਕੇ ਰੌਲਾ ਹੈ ਕਿ ਸੁਖਬੀਰ ਹੁਣ ਕਹਿੰਦੇ ਵੀ ਜਿਹੜਾ ਅਸੀਂ ਲਾਠੀਚਾਰਜ ਅਸੀਂ ਨਹੀਂ ਕਰਵਾਇਆ, ਕਾਂਗਰਸ ਕੈਪਟਨ ਸਰਕਾਰ ਨੇ ਕੀਤਾ ਹੈ। ਤੇ ਜੇ ਲਾਠੀਚਾਰਜ ਨਾ ਹੁੰਦਾ ਤੇ ਉੱਥੇ ਇਹਨਾਂ 'ਚ ਰੌਲਾ ਪੈਂਦਾ, ਫੇਰ ਵੀ ਇਹਨਾਂ ਨੇ ਦੋਸ਼ ਪੰਜਾਬ ਸਰਕਾਰ ਨੂੰ ਦੇਣਾ ਸੀ, ਜਾਂ ਜਿਵੇਂ ਹੁਣ ਵੀ ਇਹ ਕਾਂਗਰਸ ਤੇ ਆਪ ਨੂੰ ਦੇ ਰਹੇ। ਇਹਦੇ ਬਾਰੇ ਤੁਹਾਡਾ ਕਹਿਣਾ? ਨਹੀਂ, ਲਾਠੀਚਾਰਜ ਤਾਂ ਪੁਲਿਸ ਨੇ ਕੀਤਾ। ਪੁਲਿਸ ਤਾਂ ਸਰਕਾਰ ਤਾਂ ਕਾਂਗਰਸ ਦੀ ਹੈ। ਲਾਠੀਚਾਰਜ ਤਾਂ ਸਰਕਾਰ ਹੀ ਕਰਦੀ ਹੈ। ਹਾਂਜੀ, ਮੈਂ ਇਹ ਨਹੀਂ ਕਹਿੰਦਾ ਵੀ ਅਕਾਲੀ ਦਲ ਨੇ ਕਰਵਾਇਆ ਹੈ, ਲੇਕਿਨ ਕਿਸਾਨ ਲੀਡਰ ਕਹਿ ਰਹੇ ਹੈ ਬਈ ਅਕਾਲੀ ਤੇ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਆਪਸ 'ਚ ਮਿਲੇ ਹੋਏ ਆ ਤੇ ਇਸ ਗੱਲ ਨੇ ਪ੍ਰੂਵ ਕਰਤਾ। ਇਹਨਾਂ ਨੇ ਤਾਂ ਕਿਹਾ ਕਿ ਇਹ ਏਜੰਟ ਹੈਗੇ ਆਪ ਦੇ ਔਰ ਕਾਂਗਰਸ। ਹਾਂਜੀ, ਇੰਟਰਸਟਿੰਗਲੀ 4-5 ਜਥੇਬੰਦੀਆਂ ਜਿਨ੍ਹਾਂ ਦੇ ਇਹ ਐਕਟਿਵਿਸਟ ਸੀ ਮੋਗੇ, ਜਿਨ੍ਹਾਂ ਨਾਲ ਝਗੜਾ ਹੋਇਆ, ਉਹਨਾਂ ਦੀ ਤਾਂ ਸਾਰਿਆਂ ਦੇ ਸਟੇਟਮੈਂਟਸ ਆ ਗਈਆਂ, ਉਹਨਾਂ ਦੇ ਲੀਡਰਾਂ ਦੇ ਨਾਂ 'ਤੇ ਆ ਗਈਆਂ ਵੀ ਇਹ ਸਾਡੇ ਬੰਦੇ ਹੈ ਤੇ ਆਹ ਇਸ਼ੂਜ਼ ਹੈਗੇ ਆ। ਸੋ ਉਹ ਜਿਹੜਾ ਇਹਨਾਂ ਦਾ ਚਾਰਜ ਹੈ ਉਹ ਤਾਂ ਉਹਨਾਂ ਨੇ ਖੁਦ ਹੀ ਰਿਵਰਟ ਕਰਤਾ। ਔਰ ਮੈਂ ਯਾਦ ਕਰਾਉਣਾ ਚਾਹੂੰਗਾ ਕਿ ਜਦੋਂ ਇਹ ਕਿਸਾਨ ਸੰਘਰਸ਼ ਸ਼ੁਰੂ ਹੋਇਆ ਸੀ, ਮੈਂ ਉਹ ਗੱਲ ਕਰਨਾ ਨਹੀਂ ਸੀ ਚਾਹੁੰਦਾ, ਲੇਕਿਨ ਕਰਨੀ ਪੈਣੀ ਹੈ ਕਿਉਂਕਿ ਇਹਨਾਂ ਨੇ ਚਾਰਜ ਕਾਂਗਰਸ ਦਾ ਲਾਇਆ ਤੇ ਆਪ ਦਾ ਲਾਇਆ ਬਈ ਇਹ ਸ਼ਰਾਰਤੀ ਲੋਕ ਹੈਗੇ ਆ। ਜਦੋਂ ਸੰਘਰਸ਼ ਜਮਹੂਰੀ ਸ਼ੁਰੂ ਹੁੰਦਾ ਹਾਂਜੀ, ਤੇ ਅਕਾਲੀ ਦਲ ਉਦੋਂ ਪਾਵਰ ਦੇ ਵਿੱਚ ਸੀ ਤੇ ਇਹ ਉਦੋਂ ਕਾਨੂੰਨਾਂ ਨੂੰ ਡਟ ਕੇ ਸਪੋਰਟ ਕਰ ਰਹੇ ਸੀ। ਉਦੋਂ ਇਹਨਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ 'ਚ ਸੱਤਾ 'ਚ ਸੀ। ਮਿੰਟ ਮੈਂ ਗੱਲ ਪੂਰੀ ਕਰ ਰਹਾ। ਉਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਲੋਕ ਜਿਹੜੇ ਸੰਘਰਸ਼ ਕਰ ਰਹੇ ਆ ਇਹ ਤਾਂ ਕਿਸਾਨ ਹੀ ਨਹੀਂ, ਉਹ ਤਾਂ ਵੀਡੀਓਜ਼ ਪਈਆਂ। ਉਸ ਤੋਂ ਪਹਿਲਾਂ ਹੋਰ ਚੱਲਦੇ, ਮੈਂ ਉੱਥੇ ਵਾਪਸ ਨਹੀਂ ਜਾਣਾ ਚਾਹੁੰਦਾ। 2015 ਬਰਗਾੜੀ, ਜਦੋਂ ਸਿੱਖ ਸ਼ਰਧਾਲੂ ਸੜਕਾਂ ਤੇ ਉਤਰੇ, ਹਾਂਜੀ ਹਾਂਜੀ, ਉਦੋਂ ਵੀ ਇਹਨਾਂ ਦੀਆਂ ਸਟੇਟਮੈਂਟਸ ਚੱਕੋ ਵੀ ਇਹ ਕੁਐਸਚਨ ਕਰਦੇ ਵੀ ਇਹ ਤਾਂ ਵਿਹਲੇ ਲੋਕ ਹੈ। ਵਿਹਲੜ ਲੋਕ ਨੇ। ਹਾਂਜੀ, ਸੋ ਇਹ ਜੋ ਸੁਖਬੀਰ ਜੀ ਹੁਣ ਕਹਿ ਰਹੇ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਇਹਨਾਂ ਦਾ ਪੁਰਾਣਾ ਇਤਿਹਾਸ ਹੈ। ਸੋ ਉਹ ਨਤੀਜੇ ਤਾਂ ਬਰਗਾੜੀ ਦਾ ਵੀ ਇਹਨਾਂ ਨੇ ਭੁਗਤ ਲਏ ਤੇ ਆਪਣੇ ਕਿਸਾਨੀ ਦੇ ਬਿੱਲ ਆਉਣ ਤੋਂ ਬਾਅਦ ਜੋ ਕੁਛ ਇਹਨਾਂ ਨੇ ਉਦੋਂ ਸਟੈਂਡ ਲਿਆ, ਉਸ ਤੋਂ ਬਾਅਦ ਇਹਨਾਂ ਨੂੰ ਸਰਕਾਰ 'ਚੋਂ ਬਾਹਰ ਆਉਣਾ ਪਿਆ, ਇਹਨਾਂ ਪ੍ਰੈਸ਼ਰ ਇਹਨਾਂ 'ਤੇ ਪੈ ਗਿਆ। ਸੋ ਜੇ 2 ਵਾਰੀ ਗਲਤ ਹੋ ਗਏ
ਤੇ ਹੁਣ ਦੇਖੋ ਵੀ ਲੋਕ ਫੈਸਲਾ ਕਰਨਗੇ ਕਿ ਜੋ ਸੁਖਵੀਰ ਜੀ ਹੁਣ ਕਹਿ ਰਹੇ ਆ ਉਹ ਠੀਕ ਕਹਿ ਰਹੇ ਕਿ ਗਲਤ ਕਹਿ ਰਹੇ ਆ। ਤੁਹਾਨੂੰ ਇਹ ਕੀ ਲੱਗਦਾ ਵੀ ਕਿੱਧਰ ਨੂੰ ਜਾਏਗਾ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਬਣ ਰਿਹਾ? ਇਹਨਾਂ ਨੇ 6 ਦਿਨ ਲਈ ਤਾਂ ਚਲੋ ਮੰਨ ਲਓ ਆਪਣੇ ਉਹ ਕੰਪੇਨ ਜਿਹੜੀ ਸਸਪੈਂਡ ਕਰਦੀ, ਜੇ ਫੇਰ ਕੰਪੇਨ ਕੰਟੀਨਿਊ ਕਰਦੇ ਆ, ਕੀ ਇਹਨਾਂ ਦਾ ਕਿਸਾਨਾਂ ਨਾਲ ਕੋਈ ਬੈਠ ਕੇ ਗੱਲਬਾਤ ਹੋਣ ਦੀ ਪੋਸੀਬਿਲਿਟੀ ਹੈਗੀ ਹੈ ਕਿ ਮਾਮਲਾ ਸੌਟ ਆਊਟ ਹੋ ਜਾਊਗਾ ਕਿ ਇਹ ਜਿਹੜਾ ਕਹਿੰਦੇ ਵੀ ਪੀਸ ਰਹਿਣੀ ਚਾਹੀਦੀ ਹੈ ਉਹਨੂੰ ਮੁੱਖ ਰੱਖਦਿਆਂ ਕੋਈ ਫੈਸਲਾ ਲਿਆ ਜਾ ਸਕਦਾ? ਨਹੀਂ, ਗੱਲ ਤਾਂ ਇਸ਼ੂ ਤਾਂ ਬੜਾ ਸਿੰਪਲ ਜਿਹਾ ਵੀ ਜਦ ਤੱਕ ਕਿਸਾਨੀ ਸੰਘਰਸ਼ ਚੱਲ ਰਿਹਾ ਉਹਨੂੰ ਡਾਇਵਰਟ ਨਾ ਕੀਤਾ ਜਾਵੇ। ਜੇ ਡਾਇਵਰਟ ਨਹੀਂ ਹੋਣ ਦੇਣਾ ਤਾਂ ਇਹਦਾ ਮਤਲਬ ਇਹ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਪੰਜਾਬ ਵਿੱਚ ਹਾਲੇ ਘੱਟੋ ਘੱਟ ਦਸੰਬਰ ਤੱਕ ਕੰਪੇਨ ਸ਼ੁਰੂ ਨਾ ਕਰੇ। ਮੇਰੇ ਖਿਆਲ 'ਚ 2 ਮਹੀਨੇ ਕੰਪੇਨ ਕਰਨ ਵਾਸਤੇ ਬਹੁਤ ਹੁੰਦੇ ਆ, ਤੇ ਜਦੋਂ ਇਲੈਕਸ਼ਨ ਅਨਾਉਂਸ ਹੋਵੇ, ਇਲੈਕਸ਼ਨ ਕਮਿਸ਼ਨ ਅਨਾਉਂਸ ਕਰੇ, ਉਸ ਤੋਂ ਬਾਅਦ ਇਹ ਆਪਣੀ ਕੰਪੇਨ ਸ਼ੁਰੂ ਕਰ ਲੈਣ। ਮੇਰੇ ਖਿਆਲ 'ਚ ਉਦੋਂ ਕਿਸੇ ਨੂੰ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ। ਇਸ਼ੂ ਤਾਂ ਇੰਨਾ ਕੀ ਹੈ ਕਿ ਇਹ ਪਾਰਟੀਆਂ ਤਿਆਰ ਹੈਗੀਆਂ, ਇਹ ਜਵਾਬ ਤਾਂ ਉਹ ਹੀ ਦੇ ਸਕਦੇ, ਤਿੰਨੇ ਪਾਰਟੀਆਂ ਦੇ ਸਕਦੀਆਂ। ਤੇ ਜਿਹੜਾ ਮਸਲਾ ਹੈਗਾ ਮਤਲਬ ਇਹਦੇ ਨਾਲ ਹੀ ਜੁੜਦਾ ਜਿਹੜਾ ਤੁਸੀਂ ਚਰਚਾ ਕੀਤੀ ਕਿ ਪਾਵਰ ਪਰਚੇਜ ਐਗਰੀਮੈਂਟ, ਉਹਨਾਂ ਨੂੰ ਲੈ ਕੇ ਵੀ ਇੱਕ ਕਨਫਿਊਜ਼ਨ ਜਿਹੜਾ ਮਤਲਬ ਪਿਛਲੇ ਦਿਨੀ ਕਾਂਗਰਸ ਦੇ ਜਿਹੜੇ ਹਰੀਸ਼ ਰਾਵਤ ਆ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਉਹ ਆਏ ਸੀਗੇ, ਮੁੱਖ ਮੰਤਰੀ ਨੇ ਵੀ ਸਟੇਟਮੈਂਟ ਦਿੱਤੀ ਵੀ ਸਾਰੇ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਮੈਨੂੰ ਲੱਗਦਾ ਮਾਮਲਾ ਤਾਂ 3 ਐਗਰੀਮੈਂਟ ਦਾ, ਬਾਕੀ ਦਾ ਤਾਂ ਉਹ ਉਸ ਕਿਸਮ ਦਾ ਹੈ ਹੀ ਨਹੀਂ। ਦੇਖੋ ਜੀ, ਟੈਕਨੀਕਲਿਟੀ ਇਹਦੇ ਬਾਰੇ ਮੈਨੂੰ ਬਿਲਕੁਲ ਕੁਝ ਨਹੀਂ ਪਤਾ, ਐਕਸਪਰਟ ਹੀ ਇਸ ਗੱਲ ਦਾ ਜਵਾਬ ਦੇ ਸਕਦੇ ਆ। ਪਰ ਹੁਣ ਤੱਕ ਇਹਨਾਂ ਨੇ ਵਾਈਟ ਪੇਪਰ ਵੀ ਇਸ਼ੂ ਨਹੀਂ ਕੀਤਾ। 2 ਵਾਰੀ ਵਿਧਾਨ ਸਭਾ 'ਚ ਵਾਅਦਾ ਕੀਤਾ ਗਿਆ ਤੁਹਾਡਾ ਇਲੈਕਸ਼ਨ ਦਾ ਪ੍ਰੋਮਿਸ ਹੈ। 4.5 ਸਾਲ ਨਿਕਲ ਗਏ ਸਰਕਾਰ ਨੂੰ, ਅਗਲੀ ਇਲੈਕਸ਼ਨ ਆ ਗਈ। ਹੁਣ ਤੱਕ ਚਲੋ ਮੰਨ ਲਿਆ ਇਹਨਾਂ ਤੋਂ ਨਹੀਂ ਹੋਏ ਹੁਣ ਤੱਕ, ਲੇਕਿਨ ਵਾਈਟ ਪੇਪਰ ਤਾਂ ਇਸ਼ੂ ਹੋ ਸਕਦਾ ਸੀ। ਉਹ ਹੁਣ ਤੱਕ ਇਸ਼ੂ ਕੈਪਟਨ ਸਾਹਿਬ ਨੇ ਕਿਉਂ ਨਹੀਂ ਕੀਤਾ, ਇਹਦਾ ਜਵਾਬ ਤੇ ਇਹ ਸਰਕਾਰ ਹੀ ਦੇ ਸਕਦੀ ਹੈ। ਲੇਕਿਨ ਹੁਣ ਆਸਪੈਕਟ ਇੱਕ ਹੋਰ ਵੀ ਇਹਨਾਂ ਨਾਲ, ਲੋਕਾਂ ਨੂੰ ਘੱਟੋ ਘੱਟ ਇਹ ਤਾਂ ਦੱਸੋ, ਇਹ ਸਰਕਾਰ ਦੱਸੇ ਜੇ ਵਾਈਟ ਪੇਪਰ ਇਸ਼ੂ ਨਹੀਂ ਕਰਨਾ ਕਿ ਉਹ ਕਿਹੜੇ ਅਫਸਰ ਸੀ ਜਿਹੜੇ ਉਸ ਵੇਲੇ ਜਿਨ੍ਹਾਂ ਨੇ ਇਹ ਐਗਰੀਮੈਂਟ ਤਿਆਰ ਕੀਤੇ। ਕਿ ਉਹੀ ਅਫਸਰ ਹੁਣ ਕੈਪਟਨ ਸਾਹਿਬ ਦੀ ਸਰਕਾਰ ਤਾਂ ਨਹੀਂ ਚਲਾ ਰਹੇ ਕਿਤੇ। ਇਸੇ ਕਰਕੇ ਜਿਹੜੀ ਉਹ ਐਡਵਾਈਸ ਦਿੰਦੇ ਆ ਉਹ ਇਹ ਦਿੰਦੇ ਆ ਕਿ ਇਹ ਰੱਦ ਨਹੀਂ ਹੋ ਸਕਦੇ। ਮੈਂ ਇਸ ਗੱਲ ਨੂੰ ਰੂਲ ਆਊਟ ਨਹੀਂ ਕਰਦਾ। ਘੱਟੋ ਘੱਟ ਕੈਪਟਨ ਸਾਹਿਬ ਉਹਨਾਂ ਅਫਸਰਾਂ ਦੇ ਨਾਂ ਦੱਸਣ ਜਿਨ੍ਹਾਂ ਨੇ ਉਹਨਾਂ ਫਾਈਲਾਂ 'ਤੇ ਸਾਈਨ ਕੀਤੇ ਹੋਏ ਆ। ਆਪ ਦੱਸਣ, ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ, ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਸਭ ਨੂੰ ਪਤਾ ਹੈ। ਲੇਕਿਨ ਚੀਫ ਮਿਨਿਸਟਰ ਦਾ ਫਰਜ਼ ਹੈ ਕਿ ਉਹ ਦੱਸਣ ਕਿ ਆਹ ਅਫਸਰ ਸੀ ਜਿਨ੍ਹਾਂ ਨੇ ਇਹ ਐਗਰੀਮੈਂਟ ਸਾਈਨ ਕੀਤੇ। ਸਾਈਨ ਭਾਵੇਂ ਪੋਲੀਟੀਕਲ ਲੀਡਰਸ਼ਿਪ ਕਰਾਉਂਦੀ ਹੈ, ਲੇਕਿਨ ਟੈਕਨੀਕਲਿਟੀ ਜਿਨ੍ਹਾਂ ਨੇ ਫਾਈਲ ਤਿਆਰ ਕੀਤੀ ਹੈ ਕਿ ਉਹਨਾਂ ਅਫਸਰਾਂ ਨੇ ਕਿਤੇ ਆਬਜੈਕਟ ਕੀਤਾ। ਇਹ ਹੋਇਆ ਕਰਦਾ ਹੈ ਕਿ ਜਦੋਂ ਕੋਈ ਗਲਤ ਐਗਰੀਮੈਂਟ ਹੋ ਰਿਹਾ ਹੋਵੇ ਤੇ ਬਿਊਰੋਕ੍ਰੇਸੀ ਕਈ ਵਾਰ ਆਬਜੈਕਸ਼ਨ ਨਾਲ ਦੇ ਦਿੰਦੀ ਹੈ ਵੀ ਆਹ ਸਾਡੀਆਂ ਰਿਜ਼ਰਵੇਸ਼ਨ ਹੈ, ਲੇਕਿਨ ਤੁਸੀਂ ਜੋ ਫੈਸਲਾ ਕਰਨਾ ਕਰ ਲਓ। ਕਿ ਕਿਸੇ ਇਹਨਾਂ ਦੇ ਅਫਸਰ ਨੇ, ਬਿਊਰੋਕ੍ਰੇਸੀ ਨੇ ਪੰਜਾਬ ਦੇ ਵਿੱਚ ਉਸ ਵੇਲੇ ਉੱਥੇ ਕੁਐਸਚਨ ਮਾਰਕ ਕੀਤਾ ਕਿ ਉਹੀ ਅਫਸਰ ਹੁਣ ਸਰਕਾਰ ਤਾਂ ਨਾ ਨਹੀਂ ਚਲਾ ਰਹੇ। ਜੇ ਵਾਈਟ ਪੇਪਰ ਇਸ਼ੂ ਨਹੀਂ ਹੋਇਆ ਉਹਦੇ ਕਾਰਨ ਦੱਸੇ ਜਾਣ। ਇਹ ਬਾਅਦ ਦਾ ਹੁਣ ਗੱਲ ਹੈ ਕਿ ਇਹ ਕਿੰਨੇ ਰਿਜੈਕਟ ਹੋਣਗੇ ਨਹੀਂ ਹੋਣਗੇ, ਟੈਕਨੀਕਲ ਗੱਲ ਹੈ। ਮੇਰੇ ਖਿਆਲ ਮੈਂ ਇਹਦੇ ਬਾਰੇ ਕੰਪੀਟੈਂਟ ਨਹੀਂ ਜਵਾਬ ਦੇਣ ਦੇ ਵਿੱਚ। ਜੇ ਮਤਲਬ ਇਹ ਸਮਝੌਤੇ ਰੱਦ ਨਹੀਂ ਕਰਦੇ, ਵਾਈਟ ਪੇਪਰ ਜਾਰੀ ਨਹੀਂ ਕਰਦੇ, ਇਹ ਅਗਲੀਆਂ ਚੋਣਾਂ ਦੇ ਵਿੱਚ ਵੱਡਾ ਇਸ਼ੂ ਨਹੀਂ ਬਣ ਜਾਏਗਾ? ਨਹੀਂ, ਇਸ਼ੂ ਤਾਂ 3 ਕਿਸਾਨੀ ਨੇ ਪੋਜ਼ ਕਰਤੇ। ਇੱਕ ਤਾਂ ਇਹਨਾਂ ਪਾਰਟੀਆਂ ਦਾ ਸਟੈਂਡ ਲਾਸਟ, ਦੂਸਰਾ ਸੈਕਰੇਟਰੀਏਟ, ਤੀਸਰਾ ਪਾਵਰ ਪਰਚੇਜ ਐਗਰੀਮੈਂਟਸ। ਇਹ ਲੋਕ ਨਹੀਂ ਕਰ ਰਹੇ। ਕਾਂਗਰਸ ਦੇ ਵਿੱਚ ਇਹਨਾਂ ਦਾ ਪਾਰਟੀ ਪ੍ਰਧਾਨ ਪੰਜਾਬ ਦਾ ਉਹ ਰੋਜ਼ ਇਸ਼ੂ ਟੇਕਅਪ ਕਰ ਰਹੇ। ਨਵਜੋਤ ਸਿੰਘ ਸਿੱਧੂ ਹਰ ਰੋਜ਼ PPA ਕੈਂਸਲ ਕਰਨ ਦੀ ਗੱਲ ਕਰ ਰਹੇ ਹੈ ਔਰ 2-3 ਵਾਰ ਉਹ ਟਵੀਟ ਕਰ ਚੁੱਕੇ ਡਿਟੇਲ ਦੇ ਵਿੱਚ। ਤੇ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਪੈਸ਼ਲ ਰੈਜ਼ੋਲੂਸ਼ਨ ਪਾਸ ਕਰਕੇ, ਜਿਸ ਤਰ੍ਹਾਂ ਵੀ ਹੋਵੇ ਬਿੱਲ ਪਾਸ ਕਰਕੇ, ਇਹ ਰਿਜੈਕਟ ਕੀਤੇ ਜਾਣ। ਸੋ ਇਸ਼ੂ ਮੇਰੇ ਜਵਾਬ ਦੇਣ ਦਾ ਨਹੀਂ ਹੈ ਜਾਂ ਲੋਕਾਂ ਦਾ ਨਹੀਂ ਹੈ। ਜੇ PPCC ਚੀਫ ਇਸ ਇਸ਼ੂ ਨੂੰ ਇੰਨੀ ਫੋਰਸਫੁਲ ਟੇਕਅਪ ਕਰ ਰਿਹਾ, ਇਹਦਾ ਮਤਲਬ ਕਿ ਇਹਦਾ ਅਸਰ ਸਿੱਧਾ ਅਗਲੇ ਇਲੈਕਸ਼ਨ 'ਤੇ ਪਏਗਾ। ਤੇ ਇਹ ਹੁਣ ਲੈ ਕੇ ਤਾਂ ਅਕਾਲੀ ਦਲ ਆਇਆ ਸੀਗਾ, ਉਹਨਾਂ ਦੇ ਸਮੇਂ ਹੋਇਆ, ਉਹ ਵੀ ਬਰਾਬਰ ਦੇ ਕਲਪਰੇਟ ਹੈ, ਉਹ ਵੀ ਕਲਪਰੇਟ ਹੈ। ਤੇ ਕੈਪਟਨ ਸਾਹਿਬ ਇਹਨਾਂ ਨੂੰ ਕੈਂਸਲ ਨਾ ਕਰਨ ਦੇ ਜ਼ਿੰਮੇਦਾਰ ਹੈ ਔਰ ਵਾਈਟ ਪੇਪਰ ਇਸ਼ੂ ਨਾ ਕਰਨ ਦੇ ਜ਼ਿੰਮੇਦਾਰ ਹੈ। ਸੋ ਬਰਾਬਰ ਦੀ ਹਿੱਸੇਦਾਰੀ ਦੋਵਾਂ ਦੀ ਹੈ।
ਇਸ ਮੁੱਦੇ ਨੂੰ ਲੈ ਕੇ ਜਿਹੜਾ ਪੀਪੀਸੀ ਦੇ ਪ੍ਰਧਾਨ ਦਾ ਸਟੈਂਡ ਆ ਜਾਂ ਹੋਰ ਜਿਹੜੀ ਚਰਚਾ ਇਹਦੇ ਨੂੰ ਚੱਲਦੀ ਆ, ਉਹ ਜਿਹੜੀ ਗੱਲ ਤੁਸੀਂ ਕਹੀ ਵੀ ਕਿਹੜੇ ਅਫਸਰਾਂ ਦੇ ਨਾਂ ਦੱਸੇ ਜਾਣ, ਉਹ ਅਫਸਰ ਅੱਜ ਵੀ ਸੱਤਾ ਦੇ ਵਿੱਚ ਕਾਬਜ਼ ਨੇ। ਉਹੀ ਮੇਰਾ ਖਿਆਲ ਅਧਿਕਾਰੀ ਜਿਹੜਾ ਜਿਹਦੇ ਸਮੇਂ ਸਮਝੌਤੇ ਹੋਏ, ਉਹ ਅੱਜ ਵੀ ਜਿਹੜਾ ਪਾਵਰ ਕਾਰਪੋਰੇਸ਼ਨ ਦਾ ਐਮਡੀ ਹੈਗਾ। ਸੋ ਇਹਦੇ ਨਾਲ ਮਾਮਲਾ ਜਿਹੜਾ ਹੋਰ ਜਿਹੜਾ ਗੰਧਲਾ ਨਹੀਂ ਹੋਏਗਾ। ਨਹੀਂ, ਇਕੱਲਾ ਉਹ ਤਾਂ ਨਹੀਂ ਹੈ ਨਾ। ਮੈਂ ਜਿਹੜੇ ਨਹੀਂ, ਇੱਕ ਨਹੀਂ, ਮਤਲਬ ਸਰਕਾਰ ਚਲਾ ਰਹੇ ਆ ਇਸ ਵੇਲੇ ਕੈਪਟਨ ਸਾਹਿਬ ਦੀ, ਉਹ ਤਾਂ ਉਸੇ ਸਿਰਫ ਐਮਡੀ ਦਾ ਨਾਮ ਲਿਆ। ਹਾਂਜੀ, ਮੈਂ ਕਹਿੰਦਾ ਕਿ ਜਿਹੜੇ ਅਫਸਰ, ਜਿਹੜਾ ਪਾਵਰ ਸੈਕਟਰੀ ਸੀ ਉਸ ਵੇਲੇ ਕੌਣ ਸੀ, ਹਾਂ ਠੀਕ ਹੈ, ਉਹਦਾ ਨਾਮ ਦੱਸਿਆ। ਇਸ਼ੂ ਪਾਵਰ ਸੈਕਟਰੀ ਦਾ ਹੁੰਦਾ, ਪਾਵਰ ਸੈਕਟਰੀ ਦਾ ਨਾਮ ਦੱਸਿਆ ਜਾਵੇ ਉਸ ਵੇਲੇ ਕੌਣ ਸੀ, ਤੇ ਇਸ ਵੇਲੇ ਉਹ ਅਫਸਰ ਕਿਸ ਪੋਸਟ ਤੇ ਤਾਇਨਾਤ ਹੈ ਇਹ ਦੱਸਿਆ ਜਾਵੇ, ਤੇ ਗੱਲ ਕਲੀਅਰ ਹੋ ਜਾਏਗੀ ਸਾਰੀ। ਐਡਾ ਲੰਬਾ ਚੌੜਾ ਤਾਂ ਮੇਰੇ ਖਿਆਲ ਦੇ ਵਿੱਚ ਉਲਝਾਉਣ ਦਾ ਮਸਲਾ ਹੈ ਨਹੀਂ। ਅੱਛਾ, ਦੂਜਾ ਇਹ ਵੀ ਅੱਜ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਇੱਕ ਦਿਨ ਦਾ ਸੈਸ਼ਨ 9ਵੇਂ ਗੁਰੂ ਤੇਗ ਬਹਾਦਰ ਹੋਣਾ ਨੂੰ ਸਮਰਪਿਤ ਹੋਇਆ ਪ੍ਰਕਾਸ਼ ਉਤਸਵ ਦੇ ਰੂਪ ਦੇ ਵਿੱਚ, ਤੁਹਾਨੂੰ ਲੱਗਦਾ ਵੀ ਇੱਕ ਦਿਨ ਦਾ ਸੈਸ਼ਨ ਜਿਹੜਾ ਟੈਕਨੀਕਲੀ ਤਾਂ ਹੋ ਗਿਆ, ਮਤਲਬ 6 ਮਹੀਨਿਆਂ ਦੇ ਵਿੱਚ ਸੈਸ਼ਨ ਸੱਦਣ ਦਾ, ਕੀ ਹੋਰ ਸੈਸ਼ਨ ਜਿਹੜਾ ਪੰਜਾਬ ਦੇ ਬਹੁਤ ਪੈਂਡਿੰਗ ਮਾਮਲੇ ਉਹਨਾਂ ਨੂੰ ਲੈ ਕੇ ਸੱਦਿਆ ਜਾਏਗਾ? ਦੇਖੋ, ਸੈਸ਼ਨ ਤਾਂ ਪੰਜਾਬ ਦੇ ਵਿੱਚ ਜੇ ਤੁਸੀਂ ਚੱਕੋ ਕਿ ਅਕਾਲੀ ਦਲ ਬੀਜੇਪੀ ਵੇਲੇ ਜਿਹੜੀ 10 ਸਾਲ ਸਰਕਾਰ ਰਹੀ, ਸਾਲ 'ਚ ਕਿੰਨੀਆਂ ਸਿਟਿੰਗ ਹੁੰਦੀਆਂ ਸੀਗੀਆਂ। ਓਵਰ ਦੀ ਈਅਰਸ ਪੰਜਾਬ ਦੀਆਂ ਸਿਟਿੰਗ ਤਾਂ ਬਹੁਤ ਘਟ ਗਈਆਂ, ਪੰਜਾਬ ਦੀਆਂ ਵੀ ਹਰਿਆਣੇ ਦੀਆਂ ਵੀ। ਹੁਣ ਤਾਂ ਬਜਟ ਸੈਸ਼ਨ ਦੇ ਵਿੱਚ ਸਿਟਿੰਗ 8 ਤੋਂ 10 ਹੁੰਦੀਆਂ ਵੱਧ ਤੋਂ ਵੱਧ, ਹਾਂਜੀ, ਇਸ ਤੋਂ ਜ਼ਿਆਦਾ ਨਹੀਂ ਹੁੰਦੀਆਂ। ਤੇ ਜਿਹੜੇ ਇਹ ਸੈਸ਼ਨ ਹੁੰਦੇ ਆ, ਇਹ ਸਿਰਫ ਟੈਕਨੀਕਲਿਟੀ ਪੂਰੀ ਕਰਨ ਵਾਸਤੇ ਬੁਲਾਏ ਜਾਂਦੇ ਆ। ਇੱਕ ਜਾਂ ਵੱਧ ਤੋਂ ਵੱਧ 2 ਦਿਨ। ਤੁਸੀਂ ਦੱਸੋ ਪਿਛਲੇ ਦਿਨਾਂ ਦੇ ਵਿੱਚ, ਸਾਲਾਂ ਦੇ ਵਿੱਚ 2 ਦਿਨ ਤੋਂ ਵੱਧ ਕੋਈ ਮਾਨਸੂਨ ਸੈਸ਼ਨ ਚੱਲਿਆ ਹੋਵੇ? ਹੁਣ ਕਿਉਂਕਿ ਇਸ਼ੂ ਬਹੁਤ ਵੱਡੇ ਹੈਗੇ ਆ, ਇਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ 3-4 ਦਿਨ ਦਾ ਸੈਸ਼ਨ ਬੁਲਾਉਣਾ ਚਾਹੀਦਾ ਹੈ। ਤੇ ਉਹ ਤਾਂ ਹੁਣ ਸਰਕਾਰ ਦੇਖੇ ਵੀ ਕੀ ਕਰਨਾ, ਜਾਂ ਨਵਜੋਤ ਸਿੰਘ ਸਿੱਧੂ ਦੇਖਣ ਕਿ ਸਰਕਾਰ ਤੇ ਪ੍ਰੈਸ਼ਰ ਪਾਉਣ ਕਿ ਆਪਣਾ ਸੈਸ਼ਨ ਬੁਲਾ ਕੇ ਸਾਰੇ ਇਸ਼ੂ ਸਾਰਟ ਆਊਟ ਕਰਨ। ਤੈਨੂੰ ਲੱਗਦਾ ਮਤਲਬ ਵੀ ਜਲਦੀ ਕੈਪਟਨ ਸਾਹਿਬ ਇਸ ਪਾਸੇ ਵੱਲ ਨੂੰ ਤੁਰਨਗੇ? ਜਿਵੇਂ ਕੱਲ ਵਿਪ ਜਾਰੀ ਕੀਤਾ ਗਿਆ, ਇਹ ਕਿਹਾ ਜਾਂਦਾ ਵੀ ਜਦੋਂ ਏਡੀ ਵੱਡੀ ਸ਼ਖਸੀਅਤ ਦਾ ਜਾਂ 9ਵੇਂ ਗੁਰੂ ਦਾ ਸੀਗਾ ਪ੍ਰਕਾਸ਼, ਉਹਦੇ 'ਚ ਵਿਪ ਜਾਰੀ ਕਰਨ ਦੀ ਲੋੜ ਨਹੀਂ ਸੀ, ਇਹਦੇ 'ਚ ਆਸਥਾ ਜੀ ਹੋ ਜਾਣਾ ਸੀ। ਇਹ ਕਿਸ ਖਤਰੇ 'ਚ ਇਹਨਾਂ ਨੇ ਕੀਤਾ? ਨਹੀਂ, ਵਿਪ ਦੇ ਬਾਅਦ ਨੂੰ ਮੈਂ ਕੋਈ ਬਹੁਤ ਇੰਪੋਰਟੈਂਸ ਨਹੀਂ ਦਿੰਦਾ ਇਸ ਸਟੇਜ ਦੇ ਉੱਤੇ ਆ ਕੇ। ਇਹ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜ਼ਿਆਦਾ ਰੌਲਾ ਪੈਣ ਲੱਗ ਪਿਆ। ਇਹ ਤਾਂ ਕਈ ਵਾਰੀ ਰੂਟੀਨ ਐਕਸਰਸਾਈਜ਼ ਹੁੰਦੀ ਹੈ ਕਿ ਸੈਸ਼ਨ ਸ਼ੁਰੂ ਹੁੰਦਾ, ਨਾਰਮਲ ਵਿਪ ਇਸ਼ੂ ਹੋ ਜਾਂਦੀ ਹੈ। ਸਾਡੇ ਵੇਲੇ ਤਾਂ ਇਹੀ ਹੁੰਦਾ ਸੀਗਾ ਕਿ ਸੈਸ਼ਨ ਤੋਂ ਪਹਿਲਾਂ ਵਿਪ ਇਸ਼ੂ ਕਰ ਦੇਣੀ ਹੈ। ਹਾਂ, ਜੇ ਕੋਈ ਨੋ ਕਾਨਫੀਡੈਂਸ ਆ ਗਈ ਫਿਰ ਦੁਬਾਰਾ ਇਸ਼ੂ ਕਰ ਦਿਓ। ਇਹ ਨਾਰਮਲੀ ਐਕਸਰਸਾਈਜ਼ ਹੁੰਦੀ ਸੀਗੀ, ਮੈਂ ਇਹਨੂੰ ਕੋਈ ਉਸ ਤਗੜਾ ਨਹੀਂ ਦੇਖਦਾ। ਤੇ ਜਦੋਂ ਜੇ ਸੈਸ਼ਨ ਹੁੰਦਾ, ਜਦੋਂ ਹੀ ਸੈਸ਼ਨ ਹੋਇਆ, ਮੇਰੇ ਖਿਆਲ ਨੋ ਕੌਨਫੀਡੈਂਸ ਤਾਂ ਇਹਨਾਂ ਦੇ ਖਿਲਾਫ ਆਏਗਾ, ਜਿਵੇਂ ਆਪਨੇ ਕਿਹਾ ਜਾਂ ਅਕਾਲੀ ਦਲ ਨੇ ਵੀ ਕਿਹਾ। ਤੇ ਇਹ ਵੀ ਹੋ ਸਕਦਾ ਜਿਹੜੇ ਇਹਨਾਂ ਦੇ ਵਿਰੋਧੀ ਕਾਂਗਰਸ ਉਹ ਵੀ ਨੋ ਕੌਨਫੀਡੈਂਸ ਲਿਆ। ਨਹੀਂ, ਉਹ ਨੋ ਕੌਨਫੀਡੈਂਸ ਨਹੀਂ ਲਿਆ ਕਰਦੇ ਵਿਰੋਧੀ, ਉਹ ਕੌਨਫੀਡੈਂਸ ਮੋਸ਼ਨ ਲਿਆ ਕਰਦੇ ਆ। ਦੋਵਾਂ 'ਚ ਫਰਕ ਹੈ, ਇੰਪੈਕਟ ਦੋਵਾਂ ਦਾ ਸੇਮ ਹੈ। ਜੇ ਕੁਝ ਮੰਤਰੀ ਜਿਹੜੇ ਅਪੋਜ਼ਡ ਹੈ ਕੈਪਟਨ ਸਾਹਿਬ ਦੇ, ਉਹ ਕੌਨਫੀਡੈਂਸ ਮੋਸ਼ਨ ਲੈ ਕੇ ਆਉਣ, ਹਾਂਜੀ, ਉਹਦਾ ਅਸਰ ਉਹੀ ਹੋਏਗਾ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਦਾ ਹੁੰਦਾ ਹੈ। ਉਹ 'ਤੇ ਵੋਟਿੰਗ ਹੁੰਦੀ ਹੈ, ਕੌਨਫੀਡੈਂਸ ਮੋਸ਼ਨ 'ਤੇ ਵੀ ਵੋਟ ਹੋਏਗੀ ਤੇ ਨੋ ਕੌਨਫੀਡੈਂਸ 'ਤੇ ਵੀ ਡਿਵੀਜ਼ਨ ਹੋਏਗੀ। ਹਾਂ, ਦੋਨਾਂ ਦੇ ਡਿਵੀਜ਼ਨ ਹੋਏਗੀ। ਹਾਂਜੀ, ਸੋ ਗੱਲ ਦੋਵੇਂ ਬਰਾਬਰ ਹੈ। ਇਹ ਦੇਖਣਾ ਹੈ ਵੀ ਜੇ ਸੈਸ਼ਨ ਕੈਪਟਨ ਸਾਹਿਬ ਬੁਲਾਉਂਦੇ ਹੈ ਤੇ ਉਹਦੇ 'ਚ ਕੌਨਫੀਡੈਂਸ ਮੋਸ਼ਨ ਆਉਂਦੀ ਹੈ ਕਿ ਨਹੀਂ, ਜਾਂ ਕਿ ਜਿਹੜੀ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਹੈ ਕੋਈ ਇਸ ਮਸਲੇ ਦਾ ਹੱਲ ਉਸ ਤੋਂ ਪਹਿਲਾਂ ਕੱਢਣ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ। ਕਿਉਂਕਿ ਜੇ ਹਫ਼ਤਾ 10 ਦਿਨ ਹੋਰ ਇਹ ਸਿਚੁਏਸ਼ਨ ਇਸ ਤਰ੍ਹਾਂ ਹੀ ਲੰਘਦੀ ਰਹੇ ਤੇ ਕਾਂਗਰਸ ਦਾ ਸਫਾਇਆ ਆਲਮੋਸਟ ਸਰਟਨ। ਬੜੀ ਅਜੀਬ ਸਿਚੁਏਸ਼ਨ ਹੈ। ਇੱਕ ਪਾਸੇ ਕਿਸਾਨੀ ਅਕਾਲੀ ਦਲ ਦੇ ਖਿਲਾਫ ਖੜੀ ਹੋ ਗਈ, ਦੂਜੇ ਪਾਸੇ ਕਾਂਗਰਸ ਦੀ ਸਰਕਾਰ ਹੀ ਨਹੀਂ ਚੱਲ ਰਹੀ, ਇਹ ਆਪਸ 'ਚ ਲੜੀ ਜਾਂਦੇ ਆ। ਉਹ ਮੈਂ ਬੜਾ ਹੈਰਾਨ ਹੋਇਆ ਜਦੋਂ ਸੁਖਬੀਰ ਜੀ ਨੇ ਕੱਲ੍ਹ ਕਿਹਾ ਵੀ ਇਹ ਤਾਂ ਕਾਂਗਰਸ ਹੀ ਹੈ। ਕਿ ਕਾਂਗਰਸੀਆਂ ਕੋਲੇ ਆਪ ਦੀ ਲੜਾਈ ਤੋਂ ਬਾਅਦ ਇੰਨੀ ਵੇਲ ਕਿਸੇ ਕੋਲੇ ਹੈ ਕਿ ਉਹ ਇਹੋ ਜਿਹੀ ਸਟ੍ਰੈਟਜੀ ਪਲਾਨ ਕਰ ਲੈਣ? ਉਹ ਤਾਂ ਇੱਕ ਦੂਜੇ ਦਾ ਸਿਰ ਲਾਉਣ ਲੱਗੇ ਪਏ ਹਾਲੇ ਤਾਂ। ਜਦ ਤੱਕ ਜਦੋਂ ਵਿਹਲੇ ਹੋ ਜਾਣਗੇ ਇੱਕ ਦੂਜੇ ਨੂੰ ਮਾਰ ਕੱਟ ਕਰਕੇ, ਹੋ ਸਕਦਾ ਕਿ ਉਦੋਂ ਆਪਣੀ ਸਟ੍ਰੈਟਜੀ ਬਣਾ ਕੇ ਅਕਾਲੀ ਦਲ ਨਾਲ ਲੜਾਈ ਕਰਨ। ਮੇਰੇ ਖਿਆਲ 'ਚ ਹਜੇ ਤਾਂ ਕਾਂਗਰਸ ਅਕਾਲੀ ਦਲ ਨਾਲ ਲੜਾਈ ਕਰ ਹੀ ਨਹੀਂ ਰਹੀ, ਉਹ ਤਾਂ ਆਪਣੀ ਲੜਾਈ ਲੜ ਰਹੇ ਹੈ। ਤੇ 15 ਦਿਨਾਂ ਵਿੱਚ ਲਹੂ ਲੁਹਾਨ ਹੋ ਕੇ ਜਿਸ ਤਰ੍ਹਾਂ ਵੀ ਫੈਸਲਾ ਕੋਈ ਇਹਨਾਂ ਦਾ ਹੋਵੇ, ਉਸ ਤੋਂ ਬਾਅਦ ਸਿਚੁਏਸ਼ਨ ਸਾਹਮਣੇ ਠੀਕ ਬਣੇਗੀ।
ਤੈਨੂੰ ਲੱਗਦਾ ਵੀ ਰਾਵਤ ਹੋਣੀ ਜਿਹੜੇ ਹੈ ਹਰੀਸ਼ ਰਾਵਤ ਕੋਈ ਫੈਸਲਾ ਕਰ ਦੇਣਗੇ? ਮੈਨੂੰ ਤਾਂ ਲੱਗਦਾ ਨਹੀਂ ਉਹ ਦੋਨਾਂ ਤਿੰਨਾਂ ਨੂੰ। ਹਰੀਸ਼ ਰਾਵਤ ਵਿਚਾਰੇ ਕੌਣ ਹੈਗੇ ਫੈਸਲਾ ਕਰਨ ਵਾਲੇ? ਨਹੀਂ, ਉਹਨਾਂ ਨੂੰ ਭੇਜਿਆ ਤਾਂ ਉਹਨਾਂ ਨੂੰ ਜਾਂਦਾ ਨਾ ਵਾਰ-ਵਾਰ। ਉਹ ਤਾਂ ਮੀਡੀਅਮ ਹੈ ਨਾ, ਵਾਰ-ਵਾਰ ਉਹ ਤਾਂ ਫੈਸਲਾ ਤਾਂ ਦਿੱਲੀ ਵਾਲਿਆਂ ਨੇ ਕਰਨਾ ਔਰ ਦਿੱਲੀ ਵਾਲਿਆਂ ਨੂੰ ਸਾਰਾ ਕੁਝ ਪਤਾ ਹੈ। ਜੇ ਫੈਸਲਾ ਕਰਨ ਜੋਗੇ ਦਿੱਲੀ ਵਾਲੇ ਹੁੰਦੇ ਤੇ ਹੁਣ ਤੱਕ ਮੇਰੇ ਖਿਆਲ ਦੇ ਵਿੱਚ ਕੁਝ ਨਾ ਕੁਝ ਹੋ ਜਾਣਾ ਸੀ। ਮੈਨੂੰ ਇਹ ਨਹੀਂ ਸਮਝ ਆਈ ਉਹ ਡਰਦੇ ਕਿਹੜੀ ਗੱਲ ਤੋਂ ਹੈ। ਜਗਤਾਰ ਜੀ, ਸਾਡੇ ਸ਼ੋਅ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਹੀ ਸਾਡਾ ਸਮਾਂ ਸਮਾਪਤ ਹੁੰਦਾ, ਅਸੀਂ ਲੈਨੇ ਆਗਿਆ। ਬਹੁਤ ਬਹੁਤ ਧੰਨਵਾਦ।